कर बंदे तू बंदगी जिचर घट मैं साह। बंदगी नामा भाव सच दी प्राप्ति दे साधन। सिख सिख दा असली मतलब सिखण दा अभिलाषी, सच दा खोजी जां ज्ञान दा मुतलाशी हुंदा है। सच दी तलाश सिख दे जीवन दा आधार अते आदर्श है। ਇਹ ਸਰੀਰ ਅਤੇ ਸਰੀਰ ਦੀਆਂ ਸਭ ਖੇਡਾਂ ਖੇਡਦਾ ਹੋਇਆ ਮਾਇਆ ਵਿੱਚੋਂ ਲੰਘਦਾ, ਦਸਾਂ ਨਵਾਂ ਦੀ ਕਮਾਈ ਕਰਦਾ, ਗ੍ਰਸਥੀ ਦੇ ਸਾਰੇ ਫਰਜ਼ ਨਿਭਾਉਂਦਾ, ਬਾਲ ਬੱਚੇ, ਇਸਤਰੀ, ਮਾਂ ਪਿਤਾ, ਰਿਸ਼ਤੇਦਾਰਾਂ, ਦੋਸਤਾਂ, ਕੌਮ ਜਾਂ ਮੁਲਕ ਤੇ ਦੁਨੀਆ ਦੀ ਸੇਵਾ ਕਰਦਿਆਂ ਹੋਇਆ ਆਪਣੇ ਖਿਆਲ ਵਿੱਚ ਇਹਨਾਂ ਸਾਰਿਆਂ ਤੋਂ ਵੱਖਰਾ ਰਹਿੰਦਾ ਹੈ। ਦੁਨੀਆ ਦੇ ਸਭ ਸਵਾਲਾਂ ਨੂੰ ਹੱਲ ਕਰਦਾ ਹੋਇਆ ਆਪਣੇ ਸਾਹਮਣੇ ਆਪਣੀ ਅਸਲੀਅਤ ਦੀ ਪਛਾਣ ਦੇ ਸਵਾਲ ਨੂੰ ਹੀ ਸਭ ਤੋਂ ਖਾਸ ਸਮਝਦਾ ਹੈ ਤੇ ਉਸ ਨੂੰ ਜ਼ਿੰਦਗੀ ਦੇ ਰਾਜ਼ ਨੂੰ ਸਮਝਣ ਦੀ ਖਾਹਿਸ਼ ਜ਼ਿੰਦਗੀ ਦੇ ਕਿਸੇ ਹਿੱਸੇ ਵਿੱਚ ਵੀ ਚੈਨ ਨਹੀਂ ਲੈਣ ਦਿੰਦੀ। ਉਸ ਦੀ ਰੀਝ, ਉਸ ਦੀ ਤਲਾਸ਼, ਸ਼ੌਕ, ਖੋਜ ਤੇ ਉਹਦੀ ਜ਼ਿੰਦਗੀ ਨੂੰ ਸਮਝਣਾ ਹੀ ਹੁੰਦਾ ਹੈ। ਉਸ ਨੂੰ ਆਪਣੀ ਕਾਮਯਾਬੀ ਤੇ ਪੂਰਾ ਵਿਸ਼ਵਾਸ ਹੁੰਦਾ ਹੈ। ਇਸ ਵਾਸਤੇ ਉਹ ਉਤਸ਼ਾਹ ਤੇ ਦ੍ਰਿੜਤਾ ਦਾ ਰੂਪ ਬਣ ਕੇ ਰਹਿੰਦਾ ਹੈ। ਸਿੱਖ ਤੇ ਹਾਰ। ਦੁਨੀਆ ਦੀ ਕੋਈ ਖਿੱਚ, ਕੋਈ ਲਾਲਚ, ਕੋਈ ਰੁਕਾਵਟ ਸਿੱਖ ਦੇ ਜਮਾਂਦਰੂ ਖੋਜ ਦੇ ਸੁਭਾਅ ਨੂੰ ਦਬਾ ਨਹੀਂ ਸਕਦੀ। ਉਹ ਮਾਇਆ ਤੋਂ, ਪਾਪ ਤੋਂ, ਇਨਸਾਨੀ ਕਮਜ਼ੋਰੀਆਂ ਤੋਂ ਕਈ ਵਾਰ ਹਾਰ ਖਾ ਸਕਦਾ ਹੈ, ਬੁਰੀ ਤਰ੍ਹਾਂ ਹਾਰ ਸਕਦਾ ਹੈ, ਪਰ ਉਹ ਇਹਨਾਂ ਤੋਂ ਜਿੱਤਿਆ ਨਹੀਂ ਜਾ ਸਕਦਾ। ਉਸ ਨੂੰ ਸੁਭਾਵਕ ਹੀ ਪਤਾ ਹੁੰਦਾ ਹੈ ਕਿ ਰੱਸਾਕਸ਼ੀ ਵਿੱਚ, ਕਸ਼ਮਕਸ਼ ਵਿੱਚ, ਲੜਾਈ ਵਿੱਚ ਜਿੱਤ ਉਸੇ ਧਿਰ ਦੀ ਹੁੰਦੀ ਹੈ ਜਿਹੜੀ ਅਖੀਰ ਵਿੱਚ ਜਿੱਤੇ। ਇਸ ਕਰਕੇ ਉਹ ਮੁਸ਼ਕਲਾਂ ਨੂੰ ਹਮੇਸ਼ਾ ਹਾਥੀ ਦੀ ਤਰ੍ਹਾਂ ਪੈਰਾਂ ਹੇਠ ਲਿਤਾੜਦਾ ਹੈ। ਆਪਣੀ ਖੋਜ ਦੀ ਧੁਨ ਵਿੱਚ, ਆਪਣੀ ਆਖਰੀ ਜਿੱਤ ਦੇ ਯਕੀਨ ਦੀ ਤਸੱਲੀ ਵਿੱਚ ਆਪਣੇ ਰਸਤੇ ਤੇ ਅਡੋਲ ਤੁਰੀ ਜਾਂਦਾ ਹੈ। ਉਹਦੇ ਪੈਰਾਂ ਵਿੱਚ ਕੰਡੇ ਚੁਭ ਸਕਦੇ ਨੇ, ਜ਼ਖਮੀ ਕਰ ਸਕਦੇ ਨੇ, ਪਰ ਉਸ ਨੂੰ ਅਗਾਂਹ ਤੁਰਨ ਤੋਂ ਰੋਕ ਨਹੀਂ ਸਕਦੇ। ਉਹ ਇਸ ਰਸਤੇ ਵਿੱਚ ਡਿੱਗ ਸਕਦਾ ਹੈ, ਹੱਡ ਗੋਡੇ ਤੁੜਵਾ ਸਕਦਾ ਹੈ, ਪਰ ਉਸ ਦੀ ਨਜ਼ਰ ਹਮੇਸ਼ਾ ਉੱਚੀ ਰਹਿੰਦੀ ਹੈ, ਜਿਸ ਕਰਕੇ ਉਹ ਡਿੱਗਦਾ, ਢਹਿੰਦਾ, ਉੱਠਦਾ, ਕੱਪੜੇ ਝਾੜਦਾ ਤੇ ਆਪਣੇ ਸਫ਼ਰ ਨੂੰ ਕਾਇਮ ਰੱਖਦਾ ਹੈ ਤੇ ਆਪਣੀ ਖੋਜ ਵੀ ਜਾਰੀ ਰੱਖਦਾ ਹੈ। ਸਿੱਖ ਦਾ ਨਿਸ਼ਚਾ। ਸਿੱਖ ਨੂੰ ਗੁਰੂ ਨਾਨਕ ਉੱਤੇ ਓਨਾ ਭਰੋਸਾ ਹੁੰਦਾ ਹੈ ਜਿੰਨਾ ਬੱਚੇ ਨੂੰ ਮਾਂ ਉੱਤੇ। ਉਸ ਨੂੰ ਯਕੀਨ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉਂਗਲੀ ਫੜ ਕੇ ਉਹ ਇਸ ਦੁਨੀਆ ਦੇ ਮੇਲੇ ਵਿੱਚ, ਭੀੜ ਭਾੜ ਵਿੱਚ, ਰੌਲੇ ਗੌਲੇ ਵਿੱਚ ਕਦੇ ਗਵਾਚ ਨਹੀਂ ਸਕਦਾ। ਉਹ ਆਪਣੇ ਗੁਰਦੇਵ ਦੇ ਬਚਨਾਂ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ, ਗੁਰਬਾਣੀ ਨੂੰ ਸੱਚ ਸਮਝਦਾ ਹੈ, ਪਰ ਆਪਣੇ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਨਹੀਂ ਬਣਨ ਦਿੰਦਾ। ਉਹ ਗੁਰੂ ਦੇ ਹਰ ਬਚਨ ਨੂੰ ਸਿਆਣਾ ਤੇ ਹੋਣਹਾਰ ਵਿਦਿਆਰਥੀ ਹੋਣ ਦੀ ਤਰ੍ਹਾਂ ਪੂਰੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਜਦੋਂ ਤੱਕ ਸਮਝ ਠੀਕ ਨਾ ਹੋਵੇ, ਗਿਆਨ ਪ੍ਰਾਪਤ ਨਾ ਹੋਵੇ, ਇਨਸਾਨ ਦੇ ਕਰਮ ਠੀਕ ਤੌਰ ਤੇ ਦਰੁਸਤ ਨਹੀਂ ਹੋ ਸਕਦੇ। ਇਸ ਵਾਸਤੇ ਗੁਰੂ ਦੇ ਬਚਨਾਂ ਦੀ ਸੱਚਾਈ ਨੂੰ ਅਟੱਲ ਮੰਨਦਾ ਹੋਇਆ ਵੀ ਉਹਨਾਂ ਨੂੰ ਸਮਝਣ ਦੀ, ਵਰਤੋਂ ਵਿੱਚ ਲਿਆਉਣ ਦੀ ਤੇ ਅਜ਼ਮਾਇਸ਼ ਦੀ ਕਸੌਟੀ ਤੇ ਲਾ ਕੇ ਵੇਖਣ ਦੀ ਦਲੇਰੀ ਰੱਖਦਾ ਹੈ। ਸਿੱਖ ਦਾ ਸਬਰ। ਸਿੱਖ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਜਿਸ ਚੀਜ਼ ਦੀ ਉਹ ਖੋਜ ਕਰਨੀ ਚਾਹੁੰਦਾ ਹੈ ਉਹ ਦੁਨੀਆ ਦੀਆਂ ਸਭ ਖੋਜਾਂ ਤੋਂ ਮੁਸ਼ਕਲ ਖੋਜ ਹੈ। ਕਾਹਲੀ ਤੇ ਜਲਦਬਾਜ਼ੀ ਨਾਲ ਕੰਮ ਨਹੀਂ ਚੱਲਣਾ। ਇਸ ਲਈ ਉਸ ਦਾ ਸਬਰ ਪਹਾੜ ਵਰਗਾ ਦ੍ਰਿੜ ਤੇ ਗੰਭੀਰ ਹੁੰਦਾ ਹੈ। ਉਸ ਵਿੱਚ ਇੰਤਜ਼ਾਰ ਕਰਨ ਦੀ ਪੂਰੀ ਸ਼ਕਤੀ ਹੁੰਦੀ ਹੈ। ਉਹ ਜਿੱਥੇ ਆਪਣੇ ਗੁਰਦੇਵ ਦੇ ਬਚਨਾਂ ਨੂੰ ਨਹੀਂ ਸਮਝਦਾ ਉੱਥੇ ਠਹਿਰ ਜਾਂਦਾ ਹੈ। ਹੱਥ ਜੋੜ ਕੇ, ਨਿਰਮਾਣ ਹੋ ਕੇ, ਹਾੜੇ ਪਾ ਕੇ, ਭੁੱਬਾਂ ਮਾਰ ਕੇ ਸਮਝਣ ਵਾਸਤੇ, ਰੌਸ਼ਨੀ ਵਾਸਤੇ ਤੇ ਰਹਿਨੁਮਾਈ ਵਾਸਤੇ ਅਰਦਾਸ ਕਰਦਾ ਹੈ
ਤੇ ਸੰਤੋਖ ਨਾਲ ਆਪਣੀ ਅਰਦਾਸ ਦਾ ਫਲ ਉਡੀਕਦਾ ਹੈ। ਉਹ ਜਾਣਦਾ ਹੈ ਕਿ ਉਸ ਦੀ ਅਵਸਥਾ ਅਨੁਸਾਰ ਉਸ ਨੂੰ ਵਾਹਿਗੁਰੂ ਦੇ ਅਪਾਰ ਭੰਡਾਰ ਵਿੱਚੋਂ ਰੋਸ਼ਨੀ ਆਉਣੀ ਹੈ। ਵਾਹਿਗੁਰੂ ਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ, ਪਰ ਹਰੇਕ ਪੁਰਸ਼ ਨੂੰ ਉਸ ਦੇ ਹਾਲਾਤ ਦੇ ਮੁਤਾਬਕ ਜਾਇਜ਼ ਜ਼ਰੂਰਤ ਅਨੁਸਾਰ ਦਾਤਾਂ ਮਿਲਦੀਆਂ ਨੇ। ਇਸ ਵਾਸਤੇ ਸਿੱਖ ਸੱਚੇ ਆਸ਼ਕਾਂ ਵਾਂਗ ਇੰਤਜ਼ਾਰ ਦੀ ਤਾਕਤ ਰੱਖਦਾ ਹੈ। ਹਾਫਿਜ਼ ਸ਼ਿਰਾਜ਼ੀ ਦੇ ਕਥਨ ਅਨੁਸਾਰ ਰੋਜ਼ੇ ਬਰਸੀ ਬਾਵਸਲ ਹਾਫਿਜ਼ ਗਰ ਤਾਕਤੇ ਇੰਤਜ਼ਾਰਦਾਰੀ। ਉਹ ਜਾਣਦਾ ਹੈ ਕਿ ਉਸਨੇ ਮਨੁੱਖ ਤੋਂ ਦੇਵਤਾ ਬਣਨਾ ਤੇ ਇਹਨਾਂ ਦੋਹਾਂ ਹਾਲਤਾਂ ਵਿੱਚ ਜਿਹੜਾ ਜ਼ਮੀਨ ਅਸਮਾਨ ਦਾ ਫਾਸਲਾ ਹੈ ਉਹ ਉਸਨੇ ਹੀ ਤੈਅ ਕਰਨਾ ਹੈ ਤੇ ਇਹ ਤਬਦੀਲੀ ਇੱਕ ਦੋ ਦਿਨਾਂ ਵਿੱਚ ਨਹੀਂ ਹੁੰਦੀ। ਇਹ ਕੰਮ ਤੇ ਜੀਵਨ ਭਰ ਵਿੱਚ ਵੀ ਸਿਰੇ ਚੜ ਜਾਵੇ ਤਾਂ ਖੁਸ਼ਕਿਸਮਤੀ ਹੈ। ਇਸ ਵਾਸਤੇ ਉਹ ਧੀਰਜ ਤੇ ਭਰੋਸੇ ਨੂੰ ਆਪਣੇ ਸਫ਼ਰ ਦੇ ਪੱਕੇ ਸਾਥੀ ਬਣਾਈ ਰੱਖਦਾ ਹੈ। ਸਿੱਖ ਸੱਚਾ ਸਿਪਾਹੀ ਹੈ, ਇਸ ਲਈ ਉਹ ਨਾਕਾਮਯਾਬੀਆਂ ਤੋਂ ਘਬਰਾਉਂਦਾ ਨਹੀਂ, ਬਲਕਿ ਮੁਕਾਬਲਾ ਕਰਕੇ ਉਹਨਾਂ ਨੂੰ ਜਿੱਤਦਾ ਹੈ। ਖੰਡੇ ਦਾ ਅੰਮ੍ਰਿਤ ਉਸ ਨੂੰ ਸਹੀ ਅਰਥਾਂ ਵਿੱਚ ਪੂਰਾ ਸਿਪਾਹੀ ਬਣਾ ਦਿੰਦਾ ਹੈ। ਸ਼ਸਤਰ ਫੜ ਕੇ ਝੂਠ, ਜ਼ੁਲਮ, ਬੇਇਨਸਾਫੀ ਨਾਲ ਲੜਨ ਦੀ ਵੀ ਸਮਰੱਥਾ ਰੱਖਦਾ ਹੈ ਅਤੇ ਆਪਣੇ ਮਨ ਨਾਲ ਮਨ ਦੀਆਂ ਕਮਜ਼ੋਰੀਆਂ ਤੋਂ ਪੈਦਾ ਹੋਈਆਂ ਅਨੇਕਾਂ ਮੁਸੀਬਤਾਂ ਨਾਲ ਵੀ ਅੱਠੇ ਪੈਰ ਜੁਟਿਆ ਰਹਿੰਦਾ ਹੈ। ਪਾਪਾਂ ਦੀਆਂ ਮੋਹਣੀਆਂ ਫੌਜਾਂ ਨੂੰ ਕੱਟਦਾ, ਟੁਕੜੇ ਟੁਕੜੇ ਕਰਦਾ, ਪੈਰਾਂ ਹੇਠ ਲਤਾੜਦਾ ਅੱਗੇ ਤੁਰਿਆ ਜਾਂਦਾ ਹੈ। ਸਿੱਖ ਦਾ ਮਨ ਰਣ ਭੂਮੀ ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਪੁਰਾਣੇ ਸਦੀਆਂ ਦੇ ਬਣੇ ਹੋਏ ਮਨੁੱਖੀ ਸੁਭਾਅ ਨਾਲ ਹਰ ਵੇਲੇ ਯੁੱਧ ਕਰਦਾ ਤੇ ਹਰ ਵੇਲੇ ਖਟਾਪਟੀ ਰੱਖਦਾ। ਸਿੱਖ ਵਾਸਤੇ ਨਿਡਰ ਹੋਣਾ, ਹਿੰਮਤੀ ਹੋਣਾ ਤੇ ਸੱਚ ਵਾਸਤੇ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋਣਾ ਬਹੁਤ ਜ਼ਰੂਰੀ। ਸੱਚ ਸਭ ਕੁਝ ਦੀ ਕੁਰਬਾਨੀ ਮੰਗਦਾ, ਕਿਉਂਕਿ ਜਿੱਥੇ ਸੱਚ ਹੋਵੇ ਉੱਥੇ ਹੋਰ ਕੁਝ ਰਹਿ ਹੀ ਨਹੀਂ ਸਕਦਾ। ਸਿੱਖ ਦਾ ਆਦਰਸ਼। ਸਿੱਖ ਵਾਸਤੇ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਗੁਰਬਾਣੀ ਪੜ੍ਹਨੀ, ਕੀਰਤਨ ਕਰਨਾ, ਸੁਣਨਾ ਸਭ ਕੁਝ ਜ਼ਰੂਰੀ ਹੈ। ਪਰ ਸਿੱਖ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਭ ਕੁਝ ਜ਼ਰੀਏ ਨੇ, ਮਕਸਦ ਨਹੀਂ। ਪੌੜੀਆਂ ਨੇ, ਛੱਤ ਨਹੀਂ। ਸਫ਼ਰ ਹੈ, ਮੰਜ਼ਲ ਨਹੀਂ। ਸਿੱਖ ਦੀ ਅਸਲੀ ਰੀਝ ਤੇ ਤ੍ਰਿਸ਼ਨਾ ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਦੀ ਸਮਝ, ਵਾਹਿਗੁਰੂ ਵਿੱਚ ਲੀਨਤਾ ਤੇ ਵਾਹਿਗੁਰੂ ਰੂਪ ਹੋ ਕੇ ਵਾਹਿਗੁਰੂ ਵਿੱਚ ਸਮਾ ਜਾਣਾ। ਜਿਸ ਪੁਰਸ਼ ਨੂੰ ਆਪਣੇ ਮਨੋਰਥ ਦਾ, ਮਕਸਦ ਦਾ, ਨਿਸ਼ਾਨੇ ਦਾ ਸਾਫ਼ ਤੌਰ ਤੇ ਪਤਾ ਹੋਵੇ, ਉਹ ਨਿਸ਼ਚੈ ਹੀ ਕਦੇ ਨਾ ਕਦੇ ਉੱਥੇ ਅੱਪੜ ਪੈਂਦਾ। ਮੈਂ ਪਹਿਲੋਂ ਪਹਿਲ ਇਤਿਹਾਸ ਪੜ੍ਹਨਾ, ਸ਼ਹੀਦੀਆਂ ਸੁਣਨੀਆਂ ਸਿੱਖੀ ਸਮਝਦਾ ਸਾਂ ਤੇ ਗੁਰਬਾਣੀ ਪੜ੍ਹਨ ਵਾਲੇ ਨਾਮ ਅਭਿਆਸੀਆਂ ਨੂੰ ਮਖੌਲ ਕਰਦਾ ਸਾਂ। ਪਰ ਜਿਵੇਂ ਜਿਵੇਂ ਮੈਨੂੰ ਹੋਸ਼ ਆਉਂਦੀ ਗਈ, ਮੈਂ ਇਤਿਹਾਸ ਨਾਲੋਂ ਵਧੇਰੇ ਰਸ ਗੁਰਬਾਣੀ ਵਿੱਚ ਮੰਨਣਾ ਸ਼ੁਰੂ ਕੀਤਾ। ਕੀਰਤਨ ਸੁਣਨ, ਪਾਠ ਕਰਨ, ਗੁਰਦੁਆਰੇ ਜਾ ਕੇ ਮੱਥਾ ਟੇਕਣ ਜਾਂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਨ ਵਿੱਚ ਮੇਰੀ ਬੜੀ ਤਸੱਲੀ ਹੁੰਦੀ ਸੀ। ਪਰ ਮੇਰੀ ਪੂਰੀ ਤਸੱਲੀ ਇੱਥੇ ਵੀ ਨਹੀਂ ਸੀ ਹੋਈ। ਮੇਰੀ ਆਤਮਾ ਇਸ ਸਭ ਕੁਝ ਨੂੰ ਕਬੂਲ ਕਰਨ ਮਗਰੋਂ ਵੀ ਤ੍ਰਿਪਤ ਤੇ ਪ੍ਰਸੰਨ ਨਹੀਂ ਸੀ ਹੁੰਦੀ, ਭੁੱਖੀ ਰਹਿੰਦੀ ਸੀ। ਮੇਰੀ ਆਤਮਾ ਕੋਈ ਅਟੱਲ ਸੁੱਖ ਭਾਲਦੀ ਸੀ, ਜਿਹੜਾ ਸੁੱਖ ਆਦ ਮਦ ਜੋ ਅੰਤ ਨਿਭਾ ਹੈ, ਸੋ ਸਾਜਨ ਮੇਰਾ ਮਨ ਚਾਹੈ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਇਆਲ ਪੁਰਖ ਪੂਰਨ ਪ੍ਰਤਪਾਲੈ। ਰਹਾਉ। ਬਿਨਸਤ ਨਾਹੀ ਛੋੜ ਨਾ ਜਾਏ, ਜੈ ਪੇਖਾਂ ਤੈ ਰਹਾ ਸਮਾਏ। ਸੁੰਦਰ ਸੁਗੜ ਚਤੁਰ ਜੀ ਦਾਤਾ, ਭਾਈ ਪੂਤ ਪਿਤਾ ਪ੍ਰਭ ਮਾਤਾ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਹਿਰਦੈ ਨਿਵਾਸ। ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਸਿਮਰ ਸਿਮਰ ਕਾਟੇ ਸਭ ਰੋਗ,
चरण ध्यान सर्व सुख भोग। पूर्ण पुरख नव तन नित बाला, हर अंतर बाहर संग रखवाला। कहो नानक हर हर पद चीन, ਸਰਬਸ ਨਾਮ ਭਗਤ ਕਉ ਦੀਨ। ਮੈਂ ਫਿਰ ਗੁਰਬਾਣੀ ਦਾ ਪਾਠ ਕਿਸੇ ਹੋਰ ਤਰੀਕੇ ਅਨੁਸਾਰ ਕਰਨਾ ਸ਼ੁਰੂ ਕੀਤਾ। 5-7 ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪਿਆਰ ਨਾਲ ਸਮਝ ਕੇ ਕਰਨ ਤੋਂ ਬਾਅਦ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਖਾਸ ਕਰਕੇ ਦੱਸੀਆਂ ਹੋਈਆਂ 2 ਚੀਜ਼ਾਂ ਲੱਭੀਆਂ। ਇੱਕ ਵਾਹਿਗੁਰੂ ਤੇ ਦੂਸਰਾ ਉਸ ਦੀ ਪ੍ਰਾਪਤੀ ਦਾ ਸਾਧਨ ਵਾਹਿਗੁਰੂ ਦਾ ਨਾਮ। ਮੈਂ ਇਹ ਨਹੀਂ ਕਹਿ ਸਕਦਾ ਕਿ ਕੋਈ ਸੌਖਾ ਕੰਮ ਸੀ, ਆਸਾਨ ਰਸਤਾ ਸੀ, ਪਰ ਇਸ ਦੇ ਰਸਤੇ ਜੋ ਸ਼ਾਂਤੀ, ਖੁਸ਼ੀ ਤੇ ਆਨੰਦ ਮੈਨੂੰ ਮਿਲੇ ਨੇ, ਉਹਨਾਂ ਦੇ ਮੁਕਾਬਲੇ ਵਿੱਚ ਮੈਂ ਆਪਣੀ ਸਾਰੀ ਮਿਹਨਤ, ਸਾਰੀ ਘਾਲਣਾ, ਸਾਰੀ ਕੋਸ਼ਿਸ਼ ਮਾਮੂਲੀ ਸਮਝਣਾ। ਮੈਨੂੰ ਤੇ ਜਿਵੇਂ ਕੌਡੀ ਬਦਲੇ ਹੀਰਾ ਮਿਲ ਗਿਆ। ਜਦੋਂ ਮੈਂ ਦੁਨੀਆ ਦੇ ਲੋਕਾਂ ਨੂੰ ਮਾਮੂਲੀ ਤੇ ਆਰਜ਼ੀ ਮਾਇਕ ਸੁੱਖਾਂ ਵਾਸਤੇ ਇੰਨੀ ਘਾਲਣਾ ਘਾਲਦਿਆਂ ਵੇਖਣਾ, ਤਾਂ ਆਪਣੇ ਆਪ ਨੂੰ ਉਹਨਾਂ ਦੇ ਮੁਕਾਬਲੇ ਵਿੱਚ ਮਾਮੂਲੀ ਕੋਸ਼ਿਸ਼ ਦੇ ਬਦਲੇ ਐਡੀ ਵਡਮੁੱਲੀ ਦਾਤ ਮਿਲਣ ਤੇ ਆਪਣੇ ਧੰਨ ਭਾਗ ਸਮਝਣਾ।